ਡੀਡੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਅੱਜ ਦਾ ਮਸਲਾ ਬਹੁਤ स्वागत दोस्तों। मसला यह है कि इस वे करोना की दूसरी लहर जी दस्तक दे चुकी है और बहुत तेज़ी के नाल भारत दे विच अपने जिहड़े पैर पसार चुके और भारत के लोग जिहड़े बड़ी बुरी तरह के नाल इन्फैक्ट हो रहे। सो किस तरीके दे नाल असी इस तो बच सकते हैं, किस तरीके दे नाल बचाव हो सकता है करोना तो, असी किस तरीके दे नाल अपने परिवार नूं बचा सकते हैं, देश नूं बचा सकते हैं। सो ये प्रशासनिक तैयारियां की ने, सो इस विषय के उत्ते असीं अज गलबात करांगे और अपने स्टूडियो च असीं बहुत ही खास माहिर मेहमान बुलाए। सब तो पहला उन्हां नाल तारुफ मेरे नाल बैठे हैं श्री रोहित गुप्ता जी जो कि SDM ने खडूर साहब दे, बहुत स्वागत है सर तुहाडा। और नाल बैठे हैं श्री मनीष शर्मा जी जो कि DSP ने दसूहा दे। सर बहुत स्वागत है तुहाडा। दर्शकों घर बैठे तुसीं साडे नाल टैलीफोन के उत्ते राबता रखते हो, साडे टैलीफोन नंबर नोट कर लो 0181 281 42 61 0181 281 42 64। सानूं तुहाडीआं कॉल्स दा बेसब्री दे नाल इंतजार रहेगा। सो चर्चा शुरू करते हैं सर। सब तो पहला इस वेले अगर गल करिए फिगर बहुत तेज़ी दे नाल ट्रिगर हो रही है और लगातार आंकड़े जिहड़े दिन प्रति दिन भारत दे विच जिहड़े वधदे जा रहे करोना दे, की कारण महसूस करते हो तुसीं, किस तरीके नाल देखते हो इस चीज़? संजीव जी जिहड़े ये आंकड़े साडे सारिਆਂ ਲਈ हैरान करने वाले ने और जिस तरीके नाल वध रहे ने ਉਹਦੇ ਜਿਹੜੇ ਮੁੱਖ ਕਾਰਨ ਨੇ ਜੋ ਹੁਣ ਤੱਕ ਸਾਨੂੰ ਐਕਸਪਰਟਸ ਨੇ ਦੱਸਿਆ ਹੈ ਉਹ ਇਹ ਨੇ ਕਿ ਇੱਕ ਤਾਂ ਜਿਹੜਾ ਵਾਇਰਸ ਹੈ ਇਹ ਕਰੋਨਾ ਵਾਇਰਸ ਇਹ ਕਿਹਾ ਜਾ ਰਿਹਾ ਕਿ ਮਿਊਟੇਟ ਕਰ ਗਿਆ ਜੀ। ਸੋ ਜਿਹੜਾ ਮਿਊਟੇਟ ਕਰਨ ਦੇ ਨਾਲ ਜਿਹੜੀ ਅਸੀਂ ਹਾਲੇ ਤੱਕ ਦੀਆਂ ਤਿਆਰੀਆਂ ਕੀਤੀਆਂ ਸੀ ਉਹਨਾਂ ਨੂੰ ਅਸੀਂ ਹੁਣ ਨਵੇਂ ਸਿਰੇ ਤੋਂ ਕਰਨ ਲਈ ਫਿਰ ਸਾਰਾ ਸਿਹਤ ਵਿਭਾਗ ਦੁਨੀਆ ਭਰ ਦੇ ਵਿਗਿਆਨਿਕ ਔਰ ਜਿੰਨੀਆਂ ਵੀ ਲੈਬੋਰੇਟਰੀਜ਼ ਨੇ ਇਸੇ ਬਾਰੇ ਕੰਮ ਕਰ ਰਹੀਆਂ ਨੇ। ਵੈਕਸੀਨੇਸ਼ਨ ਜਿਹੜੀ ਹੈ ਜਿਵੇਂ ਅਸੀਂ ਜਾਣਦੇ ਹਾਂ ਆਲਰੇਡੀ ਭਾਰਤ ਵਿੱਚ ਸ਼ੁਰੂ ਹੋ ਚੁੱਕੀ ਹੈ। 16 ਜਨਵਰੀ 2021 ਤੋਂ ਵੈਕਸੀਨੇਸ਼ਨ ਸ਼ੁਰੂ ਕੀਤੀ ਗਈ ਸੀ। ਇਸ ਵੇਲੇ ਸਾਡੇ ਮੁਲਕ ਦੇ ਵਿੱਚ ਅਸੀਂ 2 ਵੈਕਸੀਨਸ ਵਰਤ ਰਹੇ ਹਾਂ, ਕੋਵੀਸ਼ੀਲਡ ਅਤੇ ਕੋਵੈਕਸਿਨ ਜੀ। ਸੋ ਇਹਨਾਂ ਦੇ ਪਹਿਲਾ ਡੋਜ਼ ਕਾਫੀ ਹੱਦ ਤੱਕ ਕਾਫੀ ਜਨਸੰਖਿਆ ਵਿੱਚ ਲੱਗ ਰਿਹਾ। ਜਿਵੇਂ ਅਸੀਂ ਜੇ ਸਰ ਇਹਦੀ ਸਪਰੈਡਿੰਗ ਦਾ ਮੇਨ ਕਾਰਨ ਕੀ ਮਹਿਸੂਸ ਕਰਦੇ ਕਿ ਇੱਕ ਪਹਿਲੇ ਦੌਰ ਦੇ ਨਾਲੋਂ ਜਿਹੜਾ ਦੂਜਾ ਦੌਰ ਹੈ ਇਹਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਜਿਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਲੋਕ ਇਨਫੈਕਟਡ ਹੋ ਰਹੇ ਔਰ ਉਹਨਾਂ ਦੇ ਵਿੱਚ ਜਿਹੜਾ ਇਹਦਾ ਪ੍ਰਸਾਰ ਕਰੋਨਾ ਦਾ ਤੇਜ਼ੀ ਨਾਲ ਹੋ ਰਿਹਾ, ਕੀ ਕਾਰਨ ਅਸੀਂ ਪਹਿਲੇ ਦੇ ਨਾਲੋਂ ਥੋੜਾ ਸਤਰਕਤਾ ਘਟਾਈ ਹੈ ਜਾਂ ਕਿਸ ਤਰੀਕੇ ਨਾਲ ਤੁਸੀਂ ਕੀ ਇਹਦੇ ਬਾਰੇ ਥੋੜਾ? ਇਹ ਤੁਸੀਂ ਠੀਕ ਪੁਆਇੰਟ ਆਊਟ ਕੀਤਾ ਸੰਜੀਵ ਜੀ। ਕੁਝ ਹੱਦ ਤੱਕ ਅਸੀਂ ਸਤਰਕਤਾ ਵੀ ਘਟਾਈ ਹੈ ਜੀ। ਅਸੀਂ ਜਿਹੜੀ ਪੀਕ ਪਹਿਲਾਂ ਅਸੀਂ ਹੰਢਾ ਚੁੱਕੇ ਹਾਂ ਸਤੰਬਰ ਦੇ ਵਿੱਚ, ਉਸ ਵੇਲੇ ਬਿਲਕੁਲ ਇੱਕ ਨਵੀਂ ਬਿਮਾਰੀ ਦੇ ਤੌਰ ਤੇ ਕਰੋਨਾ ਸਾਡੇ ਸਾਹਮਣੇ ਸਾਰਿਆਂ ਦੇ ਉਭਰਿਆ ਸੀ ਜੀ। ਇਹਤਿਆਤ ਨੂੰ ਅਸੀਂ ਉਸ ਵੇਲੇ ਬਹੁਤ ਤਵੱਜੋ ਦਿੱਤੀ, ਤਰਜੀਹ ਦਿੱਤੀ, ਲੇਕਿਨ ਹੌਲੀ ਹੌਲੀ ਜਿਵੇਂ ਅਸੀਂ ਉਹਦੇ ਨਾਲ ਰਹਿਣਾ ਗਿੱਝ ਕੇ ਔਰ ਕਈ ਵਾਰੀ ਇਹ ਲੱਗਣਾ ਵੀ ਸ਼ੁਰੂ ਹੋ ਗਿਆ ਕਿ ਇਹ ਖਤਮ ਹੋ ਚੁੱਕਿਆ ਜੀ। ਸੋ ਜਿਹਨੂੰ ਅਸੀਂ ਅੰਗਰੇਜ਼ੀ 'ਚ ਕਹਿ ਦਿੰਦੇ ਹਾਂ ਕਿ ਲੈਟਿੰਗ ਯੋਰ ਗਾਰਡ ਡਾਊਨ, ਤਾਂ ਅਸੀਂ ਉਹ ਜਿਹੜੇ ਇਹਤਿਆਤ ਵਰਤਨੇ ਸੀ ਉਹਨਾਂ ਨੂੰ ਛੱਡ ਦਿੱਤਾ। ਸੋ ਇਹ ਇੱਕ ਖਾਸ ਕਾਰਨ ਸੀਗਾ, ਇਹ ਖਾਸ ਕਾਰਨ ਬਣ ਰਿਹਾ ਹੁਣ ਵੀ। ਜਿਵੇਂ ਹੁਣ ਅਸੀਂ ਦੇਖੀਏ ਵਿਆਹਾਂ ਦੇ ਵਿੱਚ ਜਾਂ ਆਮ ਬਾਜ਼ਾਰਾਂ ਦੇ ਵਿੱਚ ਲੋਕੀ ਇਹਤਿਆਤ ਫਿਰ ਵਰਤ ਨਹੀਂ ਰਹੇ ਜੋ ਕਿ ਉਹ ਗਿੱਝ ਗਏ ਸੀ ਪਹਿਲਾਂ ਵਰਤਣਾ। ਸਤਰਕਤਾ ਜਿਹੜੀ ਹੈ ਕਿਤੇ ਨਾ ਕਿਤੇ ਉਸ ਦੀ ਘਾਟ ਦੇ ਕਾਰਨ ਇਸ ਦੀ ਦੂਜੀ ਲਹਿਰ ਜਿਹੜੀ ਇਸ ਦਾ ਸਾਨੂੰ ਦੇਖਣ ਨੂੰ ਮਿਲ ਰਿਹਾ ਪ੍ਰਸਾਰ ਬਹੁਤ ਤੇਜ਼ੀ ਦੇ ਨਾਲ ਹੋ ਰਿਹਾ। ਕਿਤੇ ਨਾ ਕਿਤੇ ਸਾਨੂੰ ਚੁਕੰਨੇ ਹੋਣ ਦੀ ਲੋੜ ਹੈ, ਬਹੁਤ ਸਾਵਧਾਨੀਆਂ ਵਰਤਣ ਦੀ ਲੋੜ ਹੈ ਤਾਂ ਕਿ ਅਸੀਂ ਇਸ ਲਹਿਰ ਤੋਂ ਬਚ ਸਕੀਏ। ਮੈਂ ਸਰ ਤੁਹਾਡੇ ਕੋਲੋਂ ਚੁੱਕੇ ਪੁਲਿਸ ਪ੍ਰਸ਼ਾਸਨ ਦਾ ਰੋਲ ਜਿਹੜਾ ਇਸ ਵਿੱਚ ਬਹੁਤ ਅਹਿਮ ਹੋ ਜਾਂਦਾ ਹੈ ਔਰ ਆਮ ਤੌਰ 'ਤੇ ਅਸੀਂ ਦੇਖਿਆ ਕਿ ਜਦੋਂ ਪਹਿਲੀ ਵਾਰ ਭਾਰਤ 'ਚ ਕੋਵਿਡ ਆਇਆ ਸੀਗਾ ਤਾਂ ਉਸ ਵੇਲੇ ਪੁਲਿਸ ਨੇ ਬਹੁਤ ਬਿਹਤਰੀਨ ਭੂਮਿਕਾ ਨਿਭਾਈ। ਰਾਦਰ ਅਗਰ ਇਸ ਤਰ੍ਹਾਂ ਕਹਿ ਲਈਏ ਕਿ ਪੁਲਿਸ ਦੀ ਇਮੇਜ ਚੇਂਜ ਜਿਹੜੀ ਆ ਕਰੋਨਾ ਮਹਾਮਾਰੀ ਦੌਰਾਨ ਸਾਨੂੰ ਦੇਖਣ ਨੂੰ ਮਿਲੀ, ਤੁਸੀਂ ਇਸ ਗੱਲ ਨਾਲ ਕਿੰਨਾ ਕੁ ਸਹਿਮਤ ਔਰ ਕਿੱਦਾਂ ਭੂਮਿਕਾ ਦੇਖਦੇ ਹੋ ਪੁਲਿਸ ਦੀ? ਸੰਜੀਵ ਜੀ, ਇਸ ਤਰ੍ਹਾਂ ਹੈ ਕਿ ਇਨਵੈਸਟੀਗੇਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਪੁਲਿਸ ਦਾ ਇੱਕ ਮੁੱਖ ਪਹਿਲੂ ਹੈ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ, ਪਰ ਇੱਕ ਹੋਰ ਮੁੱਖ ਪਹਿਲੂ ਹੈ ਜਿਸ ਨੂੰ ਕਿ ਅਸੀਂ ਜਿਸ 'ਤੇ ਬਹੁਤ ਕੰਮ ਕਰ ਰਹੇ ਹਾਂ ਅਤੇ ਜ਼ੋਰ ਦੇ ਰਹੇ ਹਾਂ। ਉਹ ਪਹਿਲੂ ਇਹ ਹੈ ਕਿ ਪਬਲਿਕ ਫਰੈਂਡਲੀ ਪੁਲਿਸ, ਪੀਪਲ ਫਰੈਂਡਲੀ ਪੁਲਿਸ, ਕਮਿਊਨਿਟੀ ਪੁਲਿਸਿੰਗ ਜਿਸ ਨੂੰ ਆਪਾਂ ਕਹਿ ਸਕਦੇ ਹਾਂ। ਇਸ ਦੌਰਾਨ ਕੋਵਿਡ ਦੇ ਇਸ ਪੀਰੀਅਡ ਦੌਰਾਨ ਤੁਸੀਂ ਪੁਲਿਸ ਦੇ ਇਸੇ ਰੂਪ ਦਾ ਦੇਖਿਆ ਹੈ ਕਿ ਪੁਲਿਸ ਕਿਸ ਤਰ੍ਹਾਂ ਕੰਮ ਕਰ ਰਹੀ ਹੈ ਅਤੇ ਇਸ ਦੀ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ। ਪਬਲਿਕ ਦੀ ਵਿਚਾਰਧਾਰਾ ਪੁਲਿਸ ਦੇ ਪ੍ਰਤੀ ਚੇਂਜ ਹੋਈ ਹੈ, ਸਕਾਰਾਤਮਕ ਰਵੱਈਆ ਆ ਰਿਹਾ ਹੈ ਪੁਲਿਸ ਦੇ ਪ੍ਰਤੀ। ਅਤੇ ਪਰ ਇੱਥੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੂੰਗਾ ਕਿ ਜਿਸ ਤਰ੍ਹਾਂ ਪੁਲਿਸ ਡਿਸਿਪਲਿਨਡ ਫੋਰਸ ਹੈ, ਜਿੱਥੇ ਅਸੀਂ ਡਿਊਟੀ ਬਾਉਂਡ ਤਾਂ ਹੈ ਹੀ ਹੈ, ਪਰ ਇੱਕ ਸੇਵਾ ਦੀ ਭਾਵਨਾ, ਜਿਹੜੀ ਸੇਵਾ ਦੀ ਭਾਵਨਾ ਹੈ ਹਰ ਕਰਮਚਾਰੀ ਦੇ ਵਿੱਚ, ਵਾਰ ਫੁਟਿੰਗ 'ਤੇ ਪੁਲਿਸ ਕੰਮ ਕਰ ਰਹੀ ਹੈ ਅਤੇ ਇੱਕ ਸੇਵਾ ਦੀ ਭਾਵਨਾ ਦੇ ਨਾਲ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਉਹ ਲੋਕਾਂ ਵੱਲੋਂ ਬਹੁਤ ਸ਼ਲਾਘਾਯੋਗ ਹੋ ਰਿਹਾ ਹੈ ਜੀ।
ਸੋ ਕਿਤੇ ਨਾ ਕਿਤੇ ਅਗਰ ਗੱਲ ਕਰੀਏ ਕਿ ਇਸ ਮਹਾਮਾਰੀ ਦੇ ਦੌਰਾਨ ਸਭ ਤੋਂ ਫਰੰਟ ਲਾਈਨ ਦੇ ਉੱਤੇ ਅਗਰ ਗੱਲ ਕਰੀਏ ਤਾਂ ਸਾਡਾ ਸਿਵਲ ਐਡਮਿਨਿਸਟ੍ਰੇਸ਼ਨ ਔਰ ਪੁਲਿਸ ਜਿਹੜੀ ਹੈ ਇਸ ਨੇ ਬਹੁਤ ਬਿਹਤਰੀਨ ਭੂਮਿਕਾ ਨਿਭਾਈ ਔਰ ਪੁਲਿਸ ਦੀ ਇੱਕ ਕਿਸਮ ਦੇ ਨਾਲ ਇਮੇਜ ਲੋਕਾਂ ਵਿੱਚ ਪਰਸੈਪਸ਼ਨ ਜਿਹੜਾ ਬਹੁਤ ਚੇਂਜ ਹੋਇਆ ਔਰ ਬਹੁਤ ਪਬਲਿਕ ਫਰੈਂਡਲੀ, ਜਿਸ ਤਰ੍ਹਾਂ ਸਰ ਨੇ ਦੱਸਿਆ। ਮੈਂ ਸਰ ਤੁਹਾਡੇ ਕੋਲੋਂ ਕਿ ਇਸ ਵੇਲੇ ਅਗਰ ਗੱਲ ਕਰੀਏ ਕਰੋਨਾ ਦੀ ਦੂਜੀ ਲਹਿਰ ਦੇ ਵਿੱਚ ਖਤਰਾ ਬਹੁਤ ਜ਼ਿਆਦਾ ਵੱਧ ਚੁੱਕਿਆ, ਕਿਉਂਕਿ ਆંકੜੇ ਜਿਹੜੇ ਦਿਨ ਪ੍ਰਤੀ ਦਿਨ ਉਹ ਭਾਰਤ ਦੇ ਵਿੱਚ ਅਗਰ ਗੱਲ ਕਰੀਏ ਤਾਂ 2 ਲੱਖ ਪਾਰ ਕਰ ਜਾਂਦੇ ਪਰ ਡੇ। ਸੋ ਇਸ ਖਤਰੇ ਨੂੰ ਟੈਕਲ ਕਰਨ ਵਾਸਤੇ ਸਾਡੀ ਤਿਆਰੀ ਜਿਹੜੀ ਹੈ ਉਹ ਕਿੰਨੀ ਕੁ ਅਸੀਂ ਤਿਆਰ ਬੈਠੇ ਹਾਂ? ਕੀ ਅਸੀਂ ਪਹਿਲੀ ਮਹਾਮਾਰੀ ਤੋਂ ਕੁਝ ਲੈਸਨਸ ਲਏ ਔਰ ਕਿਸ ਤਰੀਕੇ ਨਾਲ ਤੁਸੀਂ ਇਸ ਨੂੰ ਦੇਖਦੇ ਹੋ? ਇਹਦੇ ਵਿੱਚ ਹੀ ਤੁਸੀਂ ਸਿਵਲ ਐਡਮਿਨਿਸਟ੍ਰੇਸ਼ਨ ਦੇ ਯੋਗਦਾਨ ਦੀ ਜਿਹੜੀ ਗੱਲ ਕੀਤੀ, ਮੈਂ ਧੰਨਵਾਦੀ ਹਾਂ। ਲੇਕਿਨ ਮੈਂ ਅਗੇਨ ਇਹ ਸਮਝਦਾ ਹਾਂ ਕਿ ਸਾਡੇ ਇਸ ਜੰਗ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸਾਡੇ ਡਾਕਟਰਸ ਦਾ, ਸਾਡੇ ਨਰਸਿੰਗ ਸਟਾਫ ਦਾ, ਸਾਡੇ ANMs ਦਾ, ਸਾਡੇ ਆਸ਼ਾ ਵਰਕਰਸ ਦਾ ਔਰ ਸਾਡੇ ਹੋਰ ਜਿਹੜੇ ਫਰੰਟਲਾਈਨ ਵਰਕਰਸ ਨੇ ਜਿਹੜੇ ਅੱਗੇ ਲੱਗ ਕੇ ਕੰਮ ਕਰ ਰਹੇ ਨੇ ਉਹਨਾਂ ਦਾ। ਜਿਹੜੀ ਸਾਡੀ ਇਹ ਜਿੱਥੋਂ ਤੱਕ ਸਾਡੀ ਇਸ ਲੜਾਈ ਨੂੰ ਕਿ ਅਸੀਂ ਇਹ ਤੋਂ ਕੀ ਸਬਕ ਲਏ ਨੇ ਹੁਣ ਤੱਕ, ਅਸੀਂ ਕਿਸ ਤਰੀਕੇ ਨਾਲ ਅੱਗੇ, ਅਸੀਂ ਸਭ ਤੋਂ ਵੱਡਾ ਸਬਕ ਇਹਦੇ ਵਿੱਚ ਇਹੀ ਲਿਆ ਕਿ ਇਸ ਨੂੰ ਜਿਹੜੀ ਚੇਨ ਹੈ ਇਹ ਤੋੜਨ ਦੀ ਲੋੜ ਹੈ ਜੀ। ਅਸੀਂ ਇਹਦੇ ਵੱਲ ਜਿੰਨੀ ਵੱਧ ਤਵੱਜੋ ਦੇ ਸਕੀਏ ਉਹ ਚੰਗਾ। ਔਰ ਇਹਦੇ ਵਿੱਚ ਕੱਲਾ ਪ੍ਰਸ਼ਾਸਨ, ਕੱਲੀ ਪੁਲਿਸ, ਕੱਲੇ ਸਾਡੇ ਡਾਕਟਰਸ ਇਹ ਕੁਝ ਵੀ ਨਹੀਂ ਕਰ ਸਕਣਗੇ ਜਦੋਂ ਤੱਕ ਇਹਦੇ ਵਿੱਚ ਸਾਨੂੰ ਸਾਰਿਆਂ ਦਾ ਸਾਥ ਨਹੀਂ ਮਿਲਦਾ। ਜੇ ਕੋਈ ਵੀ ਇਹ ਮਹਿਸੂਸ ਕਰਦਾ ਹੈ ਕਿ ਮੈਨੂੰ ਇਨਫੈਕਸ਼ਨ ਹੈ ਤਾਂ ਉਹ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਇਕੱਲਾ ਕਰੇ, ਨਾ ਕੇਵਲ ਬਾਕੀ ਸਮਾਜ ਤੋਂ, ਬਾਕੀ ਲੋਕਾਂ ਤੋਂ, ਬਲਕਿ ਈਵਨ ਆਪਣੇ ਪਰਿਵਾਰ ਤੋਂ ਜੀ, ਕਿਉਂਕਿ ਉਹ ਸਭ ਤੋਂ ਵੱਡਾ ਖਤਰਾ ਹੈ ਆਪਣੇ ਪਰਿਵਾਰ ਨੂੰ ਉਸ ਵੇਲੇ, ਆਪਣੇ ਆਲੇ ਦੁਆਲੇ ਦੇ ਸਮਾਜ ਨੂੰ। ਕਿਉਂਕਿ ਇੱਕ ਬੰਦਾ ਕਿੰਨੇ ਕੁ ਜਾਣਿਆਂ ਨੂੰ ਇਨਫੈਕਟ ਕਰ ਸਕਦਾ ਇਹਦੀ ਕੋਈ ਗਿਣਤੀ ਦਾ ਅਸੀਂ ਜੇ ਮੁਲਾਂਕਣ ਕਰਨ ਲੱਗੀਏ ਉਹ ਅਸੀਂ ਇੱਕ ਗਿਣਤੀ ਕਹਿ ਨਹੀਂ ਪਾਵਾਂਗੇ ਜੀ। ਸੋ ਜੇ ਐਕਸਪਰਟਸ ਦੀ ਅਸੀਂ ਗੱਲ ਕਰੀਏ ਤਾਂ ਹੁਣ ਜਿਹੜਾ ਵਾਇਰਸ ਦੀ ਜਿਹੜੀ ਸਟ੍ਰੇਨ ਇਸ ਵੇਲੇ ਸਾਹਮਣੇ ਆ ਰਹੀ ਹੈ ਉਹ ਸਟ੍ਰੇਨ ਦੇ ਬਾਰੇ ਕਿਹਾ ਜਾ ਰਿਹਾ ਕਿ ਉਹ ਪਰਿਵਾਰਾਂ ਨੂੰ ਕਾਫੀ ਹੱਦ ਤੱਕ ਚਪੇਟ 'ਚ ਲੈ ਰਿਹਾ। ਜਿਵੇਂ ਪਹਿਲਾਂ ਅਸੀਂ ਪਹਿਲੀ ਵੇਵ 'ਚ ਅਸੀਂ ਦੇਖਿਆ ਕਿ ਪਰਿਵਾਰ ਦੇ ਵਿੱਚ 1 ਜਾਂ 2 ਜੀ ਪ੍ਰਭਾਵਿਤ ਹੋ ਜਾਂਦੇ ਸੀ, ਪਰ ਹੁਣ ਜਿਹੜੇ ਆંકੜੇ ਸਾਹਮਣੇ ਆ ਰਹੇ ਨੇ ਉਹ ਇਹ ਦੱਸ ਰਹੇ ਆ ਕਿ ਪਰਿਵਾਰ ਪੂਰਾ ਦਾ ਪੂਰਾ ਜਾਂ ਪਰਿਵਾਰ ਦੇ 70% ਜੀ, ਜੇ 5 ਜਾਣੇ ਸੀਗੇ 6 ਜਾਣੇ ਸੀ ਪਰਿਵਾਰ 'ਚ, 3 ਤੋਂ 4 ਜਾਣੇ ਪ੍ਰਭਾਵਿਤ ਹੋ ਰਹੇ ਨੇ। ਸੋ ਇਹਦਾ ਮਤਲਬ ਜਿਹੜਾ ਵਾਇਰਸ ਹੈ ਉਹ ਜਿਹੜੀ ਕਿਸਮ ਹੁਣ ਫੈਲ ਰਹੀ ਹੈ ਉਹ ਜ਼ਿਆਦਾ ਇਨਫੈਕਟਿਵ ਹੈ, ਖਤਰਨਾਕ ਇਸ ਕਰਕੇ ਨਹੀਂ ਕਹਾਂਗਾ, ਇੰਨੀ ਵਿਰੂਲੈਂਟ ਨਹੀਂ ਹੈ ਜੋ ਐਕਸਪਰਟਸ ਕਹਿੰਦੇ ਨੇ। ਹੁਣ ਸਾਡੇ ਇੱਕ ਬੜੇ ਵੱਡੇ ਐਕਸਪਰਟ ਨੇ ਇਸ ਮਾਮਲੇ 'ਚ ਡਾਕਟਰ ਗਗਨਦੀਪ ਕੰਗ, ਤਾਂ ਜੇ ਉਹਨਾਂ ਦੀ ਰਾਏ ਦੇ ਬਾਰੇ ਅਸੀਂ ਦੇਖੀਏ ਤਾਂ ਉਹ ਇਹਦੇ ਬਾਰੇ ਲਗਾਤਾਰ ਦੱਸ ਰਹੇ ਨੇ ਔਰ ਉਹਨਾਂ ਵੱਲੋਂ ਜੋ ਇਸ ਫੀਲਡ 'ਚ ਕੰਮ ਕੀਤਾ ਜਾ ਰਿਹਾ ਬਹੁਤ ਅੱਛਾ। ਸੋ ਚਰਚਾ ਜਾਰੀ ਰੱਖਦੇ ਹਾਂ। ਇੱਕ ਦਰਸ਼ਕ ਸਾਡੇ ਨਾਲ ਫੋਨ ਦੇ ਉੱਤੇ ਜੁੜ ਚੁੱਕੇ, ਇਹਨਾਂ ਦੀ ਗੱਲ ਸ਼ਾਮਿਲ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਹੈਲੋ ਸ਼ਰਮਾ ਜੀ, ਨਮਸਕਾਰ। ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਰ ਮੈਂ ਬੇਨਤੀ ਕਰਾਂ, ਕਈ ਬਲਾਵਾਂ ਹੁੰਦੀਆਂ ਕੁਦਰਤੀ ਉਹ ਗੱਲ ਪੈਂਦੀਆਂ, ਕਈ ਛੇੜੀਆਂ ਜਾਂਦੀਆਂ ਜੀ। ਜਿਹਦਾ ਪ੍ਰਸ਼ਾਸਨ ਨੇ, ਚਾਹੇ ਸਿਵਲ ਪ੍ਰਸ਼ਾਸਨ ਹੈ ਚਾਹੇ ਪੁਲਿਸ ਪ੍ਰਸ਼ਾਸਨ ਹੈ, ਇਹਦੀ ਸਰਤੋੜ ਕੋਸ਼ਿਸ਼ ਕੀਤੀ। ਪਹਿਲਾਂ ਜੀ ਇੱਥੇ ਤੱਕ ਪਿੰਡਾਂ ਵਿੱਚ ਠੀਕਰੀ ਪਹਿਰੇ ਲੱਗੇ ਤੇ ਪਿੰਡਾਂ ਨੂੰ ਸੀਲ ਕਰਤਾ ਗਿਆ। ਕੋਈ ਐਸੀ ਕਹਾਣੀ ਨਹੀਂ ਆ ਜਿਹਦਾ ਹੱਲ ਹੈ ਨਹੀਂ ਜੀ। ਅੱਤਵਾਦ ਦੇ ਵੇਲੇ ਪੁਲਿਸ ਪ੍ਰਸ਼ਾਸਨ ਨੇ, ਸਰਕਾਰ ਨੇ, ਲੋਕਾਂ ਨੇ ਇਕੱਠੇ ਹੋ ਕੇ ਹਮਲਾ ਮਾਰਿਆ, ਅੱਤਵਾਦ ਦਾ ਖਾਤਮਾ ਹੋ ਗਿਆ ਸੀ। ਉਹਦੀ ਕਹਾਣੀ ਇਹ ਹੈ ਕਿ ਅਸੀਂ ਆਪ ਲਾਪਰਵਾਹ ਹੋਏ ਆ, ਇਹ ਸਾਡਾ ਕਸੂਰ ਆ। ਕੁਛ ਜਿਹੜੀ ਹੱਲਾਸ਼ੇਰੀ ਆ ਉਹ ਸਰਕਾਰਾਂ ਨੇ ਦੇਤੀ, ਪਰ ਸਾਨੂੰ ਵਧਾਈਆਂ ਜੀ, ਅਸੀਂ ਜਿਹੜਾ ਕਰੋਨਾ ਆ ਉਹ ਪਾਕਿਸਤਾਨ ਦੇ ਬਾਰਡਰ ਤੇ ਭੇਜਦਾ, ਪਰ ਮੁੜ ਕੇ ਵਾਪਸ ਆ ਗਿਆ ਉਹ। ਹੁਣ ਦੀ ਕਹਾਣੀ ਇਹ ਹੈਗੀ ਆ ਵੀ ਆਪਣੇ ਆਪ ਨੂੰ ਬਚਾਉਣਾ ਜ਼ਰੂਰੀ ਹੋ ਗਿਆ, ਆਪਣੇ ਪਰਿਵਾਰ ਨੂੰ ਬਚਾਉਣਾ ਜ਼ਰੂਰੀ ਹੋ ਗਿਆ, ਆਪਣੇ ਨਾਤੇਦਾਰਾਂ ਨੂੰ ਬਚਾਉਣਾ ਜ਼ਰੂਰੀ ਹੋ ਗਿਆ। ਦੂਜੀ ਜਿਹੜੀ ਹੈਗੀ ਆ, ਜਿਹੜੀ ਦਵਾਈ ਹੈਗੀ ਆ, ਇਹ ਜਿੱਦਾਂ ਪਿੰਡਾਂ ਤੱਕ ਪਹੁੰਚੀ ਆ ਨਾ, ਇਹਨੂੰ ਰੈਗੂਲਰ ਰੱਖਿਆ ਜਾਵੇ। ਹੁਣ ਇਹ ਦੱਸਣਗੇ ਪ੍ਰਸ਼ਾਸਨ ਆਏ ਵੀ ਜਿਹੜੀ ਪਹਿਲਾਂ ਕਰੋਨਾ ਸੀ ਇਸ ਕਰੋਨਾ ਕਿੰਨਾ ਕੁ ਫਾਰ ਗਿਆ, ਦਵਾਈ 'ਚ ਕਿੰਨਾ ਕੁ ਫਾਰ ਗਿਆ। ਧੰਨਵਾਦ, ਮਿਹਰਬਾਨੀ ਜੀ। ਸਰ ਮੈਂ ਚਾਹੂੰਗਾ ਤੁਸੀਂ ਥੋੜਾ ਰਿਸਪੌਂਡ ਕਰੋ ਕਿ ਜਿਹੜੀ ਇਹਨਾਂ ਨੇ ਮੈਡੀਸਨ ਦੀ ਗੱਲ ਕੀਤੀ, ਕੋਵਿਡਸ਼ੀਲਡ ਜਾਂ ਦੂਸਰੀ ਮੈਡੀਸਨ, ਕੀ ਇਹ ਵੈਕਸੀਨੇਸ਼ਨ ਜਿਹੜੀ ਹੈ ਨਵੀਂ ਜਿਹੜੀ ਇਹਦੇ ਵਾਸਤੇ ਕਿੰਨੀ ਕਾਰਗਰ ਤੁਸੀਂ ਮਹਿਸੂਸ ਕਰਦੇ? ਇਹਦੇ ਬਾਰੇ ਜੀ ਵੈਸੇ ਜਿਹੜਾ ਵੀ ਅਸੀਂ ਜਿਹੜੀ ਕੋਵਿਸ਼ੀਲਡ ਦੀ ਗੱਲ ਕਰੀਏ ਤਾਂ ਬੇਸਿਕਲੀ ਐਸਟਰਾਜ਼ੈਨੇਕਾ ਹੈ ਜੀ,
ਤਾਂ ਸਾਰੀ ਦੁਨੀਆ 'ਚ ਵਰਤੀ ਜਾ ਰਹੀ ਹੈ। ਆਕਸਫੋਰਡ ਯੂਨੀਵਰਸਿਟੀ ਦੇ ਸਹਿਯੋਗ ਨਾਲ ਬਣੀ ਹੈ ਔਰ ਸਾਰੇ ਐਕਸਪਰਟਸ ਵੱਲੋਂ ਪ੍ਰਮਾਣਿਤ ਕੀਤੀ ਗਈ ਹੈ ਜੀ। ਤਾਂ ਇਹਦੇ ਜਿਹੜੇ ਪੂਰੇ ਨਤੀਜੇ ਨੇ ਉਹ ਹੌਲੀ ਹੌਲੀ ਆ ਰਹੇ ਨੇ, ਲੇਕਿਨ ਜੋ ਹਾਲੇ ਤੱਕ ਸਾਡੇ ਸਾਹਮਣੇ ਗੱਲ ਆਈ ਹੈ ਕਿ ਇਹ ਕਾਫੀ ਹੱਦ ਤੱਕ ਲੋਕਾਂ ਦਾ ਬਚਾਅ ਕਰ ਰਹੀ ਹੈ ਜੀ। ਔਰ ਕਈ ਜਗ੍ਹਾ ਜੇ ਕਿਸੇ ਨੂੰ ਬਾਈ ਚਾਂਸ ਦੁਬਾਰਾ ਹੋ ਵੀ ਗਿਆ ਤਾਂ ਬੜਾ ਮਾਈਲਡ ਫਾਰਮ 'ਚ ਹੋ ਰਿਹਾ ਜੀ। ਸੋ ਇਹਦਾ ਬਹੁਤ ਜ਼ਰੂਰੀ ਹੈ ਵੈਕਸੀਨੇਸ਼ਨ। ਸ਼ਰਮਾ ਤੁਹਾਡੇ ਕੋਲੋਂ ਕਿ ਪੁਲਿਸ ਦਾ ਰੋਲ ਜਿਹੜਾ ਇਸ ਵੇਲੇ ਅਗਰ ਗੱਲ ਕਰੀਏ ਉਹ ਬਹੁਤ ਜ਼ਿਆਦਾ ਵੱਧ ਗਿਆ, ਕਿਉਂਕਿ ਹੁਣ ਲੋਕੀ ਥੋੜੇ ਲਾਪਰਵਾਹ ਹੋ ਗਏ, ਮਾਸਕ ਨਹੀਂ ਲਗਾਉਂਦੇ ਔਰ ਆਮ ਤੌਰ ਤੇ ਪਬਲਿਕ ਦੇ ਵਿੱਚ ਅਸੀਂ ਦੇਖਦੇ ਹਾਂ ਕਿਤੇ ਕਿਤੇ ਬਾਜ਼ਾਰਾਂ 'ਚ ਬਹੁਤ ਜ਼ਿਆਦਾ ਕਰਾਊਡ ਹੁੰਦਾ ਔਰ ਕਈ ਵਾਰੀ ਇਸ ਤਰ੍ਹਾਂ ਵੀ ਅਸੀਂ ਦੇਖਦੇ ਹਾਂ ਕਿ ਕੋਈ ਛੋਟਾ ਮੋਟਾ ਫੰਕਸ਼ਨ ਹੈ, ਖਾਸ ਕਰਕੇ ਧਾਰਮਿਕ ਸਮਾਰੋਹ, ਔਰ ਉੱਥੇ ਬਹੁਤ ਗੈਦਰਿੰਗ ਜਿਹੜੀ ਸਾਨੂੰ ਦੇਖਣ ਨੂੰ ਮਿਲਦੀ। ਸੋ ਇਹ ਜਿਹੜਾ ਪੁਲਿਸ ਨੇ ਚੈੱਕ ਕਰਨਾ, ਇਸ ਭੂਮਿਕਾ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਔਰ ਕਿੰਨਾ ਕੁ ਸક્ષਮ ਤੁਸੀਂ ਮਹਿਸੂਸ ਕਰਦੇ ਪੁਲਿਸ ਇਸ ਵੇਲੇ ਇਹਦੇ ਵਿੱਚ? ਸੰਜੀਵ ਜੀ, ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਇਸ ਪੈਂਡੇਮਿਕ ਦੇ ਚੱਲਦੇ ਹੋਏ ਇੰਨੇ ਅਵੇਅਰ ਹੋਣ ਦੇ ਬਾਵਜੂਦ ਵੀ ਲੋਕ ਮਾਸਕ ਪਾਉਣ 'ਚੋਂ ਗੁਰੇਜ਼ ਕਰ ਰਹੇ ਹਨ। ਤੇ ਉਹਦਾ ਨਤੀਜਾ ਇਹ ਹੋ ਰਿਹਾ ਹੈ ਕਿ ਜਿਸ ਤਰ੍ਹਾਂ ਪਹਿਲਾਂ ਵੀ ਐਸਡੀਐਮ ਸਾਹਿਬ ਨੇ ਦੱਸਿਆ ਕਿ ਇਹ ਬਿਮਾਰੀ ਲਗਾਤਾਰ ਵੱਧ ਰਹੀ ਹੈ ਜੀ। ਤੇ ਸਾਨੂੰ ਕਈ ਵਾਰੀ ਸਖਤੀ ਵੀ ਕਰਨੀ ਪੈਂਦੀ ਹੈ, ਚਲਾਨ ਵੀ ਕਰਨੇ ਪੈਂਦੇ ਹਨ। ਪਰ ਜਿਸ ਤਰ੍ਹਾਂ ਕਾਲਰ ਨੇ ਵੀ ਪੁੱਛਿਆ ਸੀ, ਇੱਕ ਸਵਾਲ ਬੜਾ ਵਧੀਆ ਸਵਾਲ ਕੀਤਾ ਸੀ, ਮੈਂ ਇਸ ਗੱਲ ਦੇ ਹੱਕ ਵਿੱਚ ਹਾਂ ਕਿ ਸੈਲਫ ਪੁਲਿਸਿੰਗ ਕਰਨੀ ਬਹੁਤ ਜ਼ਰੂਰੀ ਹੈ ਜੀ। ਸਾਨੂੰ ਆਪਣੇ ਆਪ ਨੂੰ ਸੈਲਫ ਅਵੇਅਰ ਕਰਨਾ ਪਵੇਗਾ। ਦੇਖੋ, ਆਪਣੇ ਆਪ ਨੂੰ ਸੇਫ ਰੱਖਾਂਗੇ, ਆਪਣੇ ਪਰਿਵਾਰ ਨੂੰ ਸੇਫ ਰੱਖਾਂਗੇ ਤਾਂ ਹੀ ਸਮਾਜ ਨੂੰ ਸੇਫ ਰੱਖ ਸਕਦੇ ਹਾਂ। ਹਾਂ, ਕਈ ਮਾਮਲਿਆਂ 'ਚ ਮੈਂ ਦੇਖਿਆ ਕੁਝ ਲੋਕ ਜਾਣਬੁੱਝ ਕੇ ਗੈਦਰਿੰਗ ਤੇ ਬੱਸ ਸਟੈਂਡਾਂ ਤੇ ਜਾਣਬੁੱਝ ਕੇ ਮੈਂ ਦੇਖ ਰਿਹਾ ਕਿ ਮਾਸਕ ਨਹੀਂ ਪਾਉਂਦੇ ਹਨ, ਤੇ ਉਸ ਦੇ ਖਿਲਾਫ ਅਸੀਂ ਜੋ ਰੈਲੇਵੈਂਟ ਸੈਕਸ਼ਨਸ ਹੈ ਉਹਦੇ ਤਹਿਤ ਅਸੀਂ ਕਾਰਵਾਈ ਕਰਦੇ ਹਾਂ ਤੇ ਮਾਸਕ ਦਾ ਚਲਾਨ ਵੀ ਕਰਦੇ ਹੈਗੇ ਜੀ। ਤੇ ਮੇਰੀ ਅਪੀਲ ਹੈ ਕਿ ਮਾਸਕ ਜ਼ਰੂਰ ਪਾਵੋ। ਇਹ ਚੇਨ ਨੂੰ ਤੋੜਿਆ ਜਾਣਾ ਬਹੁਤ ਜ਼ਰੂਰੀ ਹੈਗਾ। ਜੇ ਚੇਨ ਨਾ ਟੁੱਟੀ ਤਾਂ ਇਹ ਲਗਾਤਾਰ ਕੇਸਿਸ ਵਧਣਗੇ। ਜੀ। ਸੋ ਕਿਤੇ ਨਾ ਕਿਤੇ ਬਹੁਤ ਇੰਪੋਰਟੈਂਟ ਹੈ ਕਿ ਮਾਸਕ ਦਾ ਪ੍ਰਯੋਗ ਕਰਨਾ, ਸੋਸ਼ਲ ਡਿਸਟੈਂਸਿੰਗ ਰੱਖਣਾ ਔਰ ਹੱਥ ਬਾਰ-ਬਾਰ ਸਾਬਣ ਦੇ ਨਾਲ ਜਿਹੜੇ ਹੈ ਉਸ ਨੂੰ ਧੋਣਾ ਔਰ ਸੈਨੀਟਾਈਜ਼ ਆਪਣੇ ਹੱਥ ਕਰਨੇ, ਸੈਨੀਟਾਈਜ਼ਰ ਦਾ ਪ੍ਰਯੋਗ ਕਰਨਾ। ਸੋ ਇਹਨਾਂ ਪ੍ਰੀਕਾਸ਼ਨਸ ਦੇ ਨਾਲ ਹੀ ਅਸੀਂ ਇਸ ਵਾਇਰਸ ਤੋਂ ਬਚ ਸਕਦੇ ਹਾਂ ਔਰ ਇਸੇ ਪਾਸੇ ਸਾਨੂੰ ਬਹੁਤ ਜ਼ਿਆਦਾ ਸਤਰਕ ਹੋਣਾ ਜ਼ਰੂਰੀ ਹੈ। ਔਰ ਦੂਰਦਰਸ਼ਨ ਦੀ ਕੋਸ਼ਿਸ਼ ਇਹ ਹੈ ਕਿ ਹਮੇਸ਼ਾ ਅਸੀਂ ਜਾਗਰੂਕ ਕਰੀਏ ਆਪਣੇ ਦਰਸ਼ਕਾਂ ਨੂੰ ਕਿ ਉਹ ਇਸ ਵਾਇਰਸ ਤੋਂ ਕਿਸ ਤਰੀਕੇ ਦੇ ਨਾਲ ਬਚਾਅ ਕਰ ਸਕਦੇ। ਸੋ ਇੱਕ ਦਰਸ਼ਕ ਸਾਡਾ ਜੁੜ ਚੁੱਕੇ ਆ, ਇਹਨਾਂ ਦੀ ਗੱਲ ਸ਼ਾਮਿਲ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਹੈਲੋ। ਹਾਂਜੀ, ਮਨੀਸ਼ ਕੁਮਾਰ ਜੀ। ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਰ। ਨਮਸਕਾਰ ਜੀ ਸਰ। ਇੱਕ ਬੇਨਤੀ ਆ ਜੀ ਕਿ ਜਦੋਂ ਕੋਈ ਵੀ ਕਿਸੇ ਦੇ ਫੰਕਸ਼ਨ ਹੁੰਦਾ ਉਸ ਵੇਲੇ ਕਹਿੰਦੇ ਜੀ ਚਲੋ 50 ਬੰਦੇ ਜਾਂ 100 ਬੰਦਾ। ਪ੍ਰਸ਼ਾਸਨ ਜੋ ਵੀ ਕਰਦਾ ਬਿਲਕੁਲ ਠੀਕ ਕਰ ਰਿਹਾ ਹੈਗਾ ਕਿ ਕਰੋਨਾ ਅੱਗੇ ਫੈਲੇ ਨਾ ਜੀ। ਲੇਕਿਨ ਜਦੋਂ ਹੁਣ ਤੁਸੀਂ ਦੇਖ ਲਓ, ਮਹਾਰਾਸ਼ਟਰ 'ਚ ਦੇਖ ਲਓ, ਇੱਧਰ ਬੰਗਾਲ ਦੇ ਵਿੱਚ ਦੇਖ ਲਓ, ਐਡੀਆਂ ਬੜੀਆਂ ਰੈਲੀਆਂ ਹੁੰਦੀਆਂ ਵਾ, ਕੁੰਭ ਦੇ ਉੱਤੇ ਲੋਕੀ ਇਕੱਠੇ ਹੁੰਦੇ ਆ ਜੀ। ਇਹ ਪ੍ਰਧਾਨ ਮੰਤਰੀ ਜੀ ਜਦੋਂ ਭਾਸ਼ਣ ਕਰਦੇ ਆ ਉਸ ਵੇਲੇ ਬਾਕੀਆਂ ਨੂੰ ਕਹਿੰਦੇ ਕੜਾਈ ਰੱਖਣੀ ਚਾਹੀਦੀ ਆ ਕਰੋਨਾ ਦੇ ਅਗੇਂਸਟ। ਪਰ ਜੀ ਮੇਰਾ ਖਿਆਲ ਦਰਸ਼ਕ ਦੇ ਨਾਲ ਸਾਡੀ ਗੱਲ ਟੁੱਟ ਚੁੱਕੀ, ਲੇਕਿਨ ਮੇਨ ਮੁੱਦਾ ਜਿਹੜਾ ਉੱਭਰ ਕੇ ਸਾਹਮਣੇ ਆਇਆ ਕਿ ਕਿਤੇ ਨਾ ਕਿਤੇ ਸਾਡੇ ਧਾਰਮਿਕ ਸਥਲ ਜਿਹੜੇ ਉੱਥੇ ਰਸ਼ ਦੇਖਣ ਨੂੰ ਮਿਲਦਾ। ਸੋ ਇਸ ਨੂੰ ਕਿੱਦਾਂ ਲੋਕਾਂ ਨੂੰ ਅਸੀਂ ਮੋਟੀਵੇਟ ਕਰ ਸਕਦੇ ਹਾਂ ਕਿ ਉਹ ਕਰਾਊਡ ਦੇ ਵਿੱਚ ਜ਼ਿਆਦਾ ਨਾ ਜਾਣ ਔਰ ਆਪਣਾ ਜੀਵਨ ਜਿਹੜਾ ਹੈ। ਮੈਂ ਸ਼ਰਮਾ ਤੁਹਾਡੇ ਕੋਲ ਰਿਸਪੌਂਸ ਚਾਹੁੰਦਾ। ਦੇਖੋ ਸੰਜੀਵ ਜੀ, ਪ੍ਰਸ਼ਾਸਨ ਵੱਲੋਂ ਇਸ ਸਮੇਂ ਦੌਰਾਨ ਕਿਸੇ ਤਰ੍ਹਾਂ ਦੇ ਵੀ ਇਕੱਠ ਦੀ ਮਨਾਹੀ ਹੈ ਤੇ ਸਰਕਾਰ ਦੀਆਂ ਗਾਈਡਲਾਈਨਸ ਵੀ ਇਹੀ ਹਨ ਕਿ ਕੋਈ ਇਸ ਤਰ੍ਹਾਂ ਦਾ ਇਕੱਠ ਨਹੀਂ ਹੋਵੇਗਾ ਜਿੱਥੇ ਕਿ ਲੋਕ ਜ਼ਿਆਦਾ ਤਾਦਾਦ 'ਚ ਇਕੱਠੇ ਹੋ ਕੇ ਇਸ ਵਾਇਰਸ ਨੂੰ ਸਪਰੈਡ ਕਰ ਸਕਣ ਜੀ। ਤੇ ਉੱਥੇ ਇਹੀ ਹੈ ਕਿ ਕਈ ਵਾਰੀ ਜਿੱਥੇ ਇਹੋ ਜਿਹੇ ਫੰਕਸ਼ਨ 'ਚ ਹੁੰਦਾ ਹੈ, ਅਸੀਂ ਪ੍ਰਾਇਰ ਲਾਇਜ਼ਨ ਕਰਕੇ ਲੋਕਾਂ ਨੂੰ ਮੋਟੀਵੇਟ ਕਰਦੇ ਹਾਂ। ਜੇ ਕੋਈ ਪ੍ਰਦਰਸ਼ਨ ਕਰਦੇ ਹਨ ਜਾਂ ਅਦਰਵਾਈਜ਼ ਅੰਦੋਲਨ ਕਰਦੇ ਹਨ, ਅਸੀਂ ਉਹਨਾਂ ਨੂੰ ਮੋਟੀਵੇਟ ਕਰਦੇ ਹਾਂ ਕਿ ਇਹਦੇ ਨਾਲ ਇਹ ਸਪਰੈਡ ਹੋਵੇਗਾ। ਤੇ ਕਈ ਵਾਰੀ ਪ੍ਰਾਇਰ ਲਾਇਜ਼ਨ ਦੇ ਨਾਲ ਲੋਕ ਸਮਝ ਵੀ ਜਾਂਦੇ ਹਨ ਤੇ ਇਹੋ ਜਿਹੇ ਪ੍ਰੋਗਰਾਮ ਉਹ ਕੈਂਸਲ ਵੀ ਕਰ ਰਹੇ ਹਨ। ਇਹੋ ਜਿਹੀ ਕੋਈ ਗੱਲ ਨਹੀਂ। ਸੋ ਕਿਤੇ ਨਾ ਕਿਤੇ ਲੋਕੀ ਸਹਿਯੋਗ ਕਰ ਰਹੇ, ਅਗਰ ਜਿੱਥੇ ਲੋਕਾਂ ਨੂੰ ਅਸੀਂ ਅਵੇਅਰ ਕਰਦੇ, ਜਾਗਰੂਕ ਕਰਦੇ ਹਾਂ, ਸੋ ਲੋਕਾਂ ਦਾ ਸਹਿਯੋਗ ਮਿਲ ਰਿਹਾ। ਸਰ, ਮੈਂ ਤੁਹਾਡੇ ਕੋਲੋਂ ਕਿ ਟੈਸਟਿੰਗ ਦੇ ਉੱਤੇ ਇਸ ਵੇਲੇ ਸਰਕਾਰ ਬਹੁਤ ਜ਼ੋਰ ਦੇ ਰਹੀ ਹੈ ਔਰ ਕਿੰਨਾ ਜ਼ਰੂਰੀ ਟੈਸਟਿੰਗ ਜਿਹੜੀ ਹੈ ਇਸ ਦੀ ਸਪੀਡ ਅਪ ਵਧਾਉਣਾ, ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੋ? ਟੈਸਟਿੰਗ ਵਧਾਉਣਾ ਜੀ ਇਸ ਵੇਲੇ ਸਾਡਾ ਕਰੋਨਾ ਦੀ ਲੜਾਈ ਦੇ ਵਿੱਚ ਸਭ ਤੋਂ ਵੱਡਾ ਹਥਿਆਰਾਂ ਵਿੱਚੋਂ ਇੱਕ ਹਥਿਆਰ ਹੈ ਜੀ। ਪੰਜਾਬ ਸਰਕਾਰ ਵੱਲੋਂ ਹੁਣੇ ਹੀ ਰੀਸੈਂਟਲੀ ਜਿਹੜੀ ਟੈਸਟਿੰਗ ਫਿਗਰ ਹੈ ਇਹਨੂੰ ਵਧਾ ਕੇ ਜਿਹੜੇ ਟੀਚੇ ਦਿੱਤੇ ਗਏ ਨੇ ਜੀ, ਇਹ 70,000 ਸੂਬੇ ਦੇ ਵਿੱਚ ਟੈਸਟਿੰਗ ਡੇਲੀ ਦੀ ਉਹਦੇ ਰੱਖੇ ਗਏ ਨੇ। ਵੈਸੇ ਮੈਂ ਆਮ ਦਰਸ਼ਕਾਂ ਦੀ ਜਾਣਕਾਰੀ ਲਈ ਦੱਸਣਾ ਚਾਹਾਂਗਾ ਕਿ 2 ਤਰ੍ਹਾਂ ਦੀ ਟੈਸਟਿੰਗ ਇਹ ਹੁੰਦੀ ਹੈ। ਇੱਕ ਜਿਹਨੂੰ RT-PCR ਕਹਿੰਦੇ ਨੇ ਜੀ, ਜਿਹਦੀ ਰਿਪੋਰਟ ਤਕਰੀਬਨ 2 ਦਿਨ ਬਾਅਦ ਆਉਂਦੀ ਹੈ, ਔਰ ਇੱਕ ਹੁੰਦਾ ਰੈਪਿਡ RAT
ਰੈਪਿਡ ਐਂਟੀਜਨ ਟੈਸਟ, ਉਹਦੀ ਰਿਪੋਰਟ ਉਸੇ ਵੇਲੇ ਤੁਰੰਤ ਮਿਲ ਜਾਂਦੀ ਹੈ। ਸੋ ਇਹ ਦੋਵੇਂ ਟੈਸਟਿੰਗ ਜਿਹੜੀ ਇਹ ਇਕੱਠੀ ਲਗਾਤਾਰ ਚੱਲਦੀ ਹੈ। ਫਿਰ ਟੈਸਟਿੰਗ ਨੂੰ ਵਧਾਉਣ ਦੇ ਲਈ ਸਰਕਾਰ ਵੱਲੋਂ ਇੱਕ ਹੋਰ ਨਵੀਂ ਚੀਜ਼ ਉਲੀਕੀ ਗਈ ਹੈ। ਅੱਗੇ ਜਿੱਥੇ ਸੈਂਪਲ ਜਿਹੜਾ ਸੀਗਾ ਉਹ ਦਿਨ 'ਚ ਇੱਕ ਵਾਰੀ ਸੈਂਪਲ ਇੱਕ ਬਲਾਕ ਤੋਂ ਜਮ੍ਹਾਂ ਹੁੰਦੇ ਸੀਗੇ ਮੇਨ ਟੈਸਟਿੰਗ ਲੈਬੋਰੇਟਰੀ 'ਚ, ਉਹ ਹੁਣ ਸਰਕਾਰ ਵੱਲੋਂ ਦੀ ਵੱਧ ਦਿੱਤੇ ਗਏ ਕਿ ਤੁਸੀਂ ਦਿਨ 'ਚ 2 ਵਾਰੀ ਵੀ ਭੇਜ ਸਕਦੇ ਹੋ, ਲੋੜ ਪੈਣ 'ਤੇ 3 ਵਾਰੀ ਵੀ ਸੈਂਪਲ ਤੁਸੀਂ ਭੇਜ ਸਕਦੇ ਹੋ, ਤਾਂ ਕਿ ਉਹ ਜਿਹੜਾ ਸਮਾਂ ਦਾ ਗੈਪ ਹੈ ਉਹਨੂੰ ਅਸੀਂ ਕਵਰ ਕਰ ਸਕੀਏ। ਸਮੇਂ ਰਹਿੰਦੇ ਅਸੀਂ ਜਾਣ ਸਕੀਏ ਇਹਨਾਂ ਟੈਸਟਾਂ ਵਿੱਚੋਂ ਕੌਣ ਪੋਜ਼ਿਟਿਵ ਨਿਕਲਿਆ, ਸਮੇਂ ਰਹਿੰਦੇ ਉਹ ਪੋਜ਼ਿਟਿਵ ਵਿਅਕਤੀ ਦੇ ਜਿਹੜੇ ਬਾਕੀ ਕੰਟੈਕਟ 'ਚ ਸੀਗੇ ਉਹਨਾਂ ਨੂੰ ਟਰੇਸ ਕਰਕੇ ਉਹਨਾਂ ਨੂੰ ਆਈਸੋਲੇਟ ਕਰ ਸਕੀਏ ਔਰ ਟੈਸਟ ਕਰ ਸਕੀਏ, ਤਾਂ ਜੋ ਕਿ ਅਸੀਂ ਇਹਨੂੰ ਵਧਣ ਤੋਂ ਰੋਕ ਸਕੀਏ। ਜੀ, ਸੋ ਬਹੁਤ ਇੰਪੋਰਟੈਂਟ ਹੈ ਪ੍ਰਸ਼ਾਸਨ ਜਿਹੜੀ ਹਰ ਵਿਉਂਤਬੰਦੀ ਹਰ ਯੋਜਨਾ ਬਣਾ ਰਿਹਾ ਕਿ ਕਿਸ ਤਰੀਕੇ ਨਾਲ ਅਸੀਂ ਇਸ ਵਾਇਰਸ ਤੋਂ ਬਚਾਅ ਕਰ ਸਕੀਏ। ਔਰ ਜਿਸ ਤਰ੍ਹਾਂ ਸਰ ਨੇ ਦੱਸਿਆ ਕਿ ਇੱਕ ਬੜਾ ਅਹਿਮ ਹੈ ਕਿ ਇਸ ਦੀ ਟੈਸਟਿੰਗ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ, ਲੋਕਾਂ ਨੂੰ ਆਪ ਪਹਿਲ ਕਦਮੀ ਕਰਕੇ ਆਪਣੇ ਟੈਸਟ ਜਿਹੜੇ ਕਰਵਾਉਣੇ ਚਾਹੀਦੇ। ਸਰ ਮੈਂ ਤੁਹਾਡੇ ਕੋਲੋਂ, ਕਿਉਂਕਿ ਪੁਲਿਸ ਇੱਕ ਫਰੰਟ ਲਾਈਨ ਵਰਕਰ ਦੇ ਤੌਰ ਦੇ ਉੱਤੇ ਕੰਮ ਕਰਦੇ ਔਰ ਬਹੁਤ ਵਾਰੀ ਉਹਨਾਂ ਨੂੰ ਪਬਲਿਕ ਨਾਲ ਡਾਇਰੈਕਟ ਡੀਲ ਕਰਨਾ ਪੈਂਦਾ ਕਿਉਂਕਿ ਲੋਕਾਂ ਨੂੰ ਟ੍ਰੈਫਿਕ ਦੇ ਵਿੱਚੋਂ ਕੱਢਣਾ ਹੈ ਔਰ ਬਹੁਤ ਵਾਰੀ ਇਨਫੈਕਟ ਹੋਣ ਦਾ ਖਤਰਾ ਰਹਿੰਦਾ। ਸੋ ਇਹ ਜਿਹੜੇ ਬੰਦੇ ਪੁਲਿਸ ਆਫੀਸ਼ੀਅਲਸ ਹੈਗੇ ਜਿਹੜੇ ਡਿਊਟੀਆਂ 'ਤੇ ਆਪਣੇ ਤੈਨਾਤ ਰਹਿੰਦੇ ਆ, ਇਹਨਾਂ ਦੇ ਤੁਸੀਂ ਚੈੱਕਅਪ ਵਾਸਤੇ ਕੀ ਕੋਈ ਮੋਬਾਈਲ ਕਲੀਨਿਕਸ ਜਾਂ ਕੁਛ ਇਹੋ ਜਿਹੀ ਕੋਈ ਵਿਵਸਥਾ ਤਾਂ ਕਿ ਪੁਲਿਸ ਆਫੀਸ਼ੀਅਲਸ ਜਿਹੜੇ ਉਹ ਨਾ ਇਨਫੈਕਟ ਹੋਣ, ਉਹਨਾਂ ਨੂੰ ਬਚਾਇਆ ਜਾ ਸਕੇ? ਬਿਲਕੁਲ ਸੰਜੀਵ ਜੀ, ਇਹ ਜਿਹੜੇ ਪੁਲਿਸ ਇੰਪਲੋਈਜ਼ ਸਾਡੇ ਹੈਗੇ ਨੇ, ਇਹ ਤੁਹਾਡੀ ਮੈਂ ਜਾਣਕਾਰੀ ਲਈ ਦੱਸਣਾ ਚਾਹੁੰਦਾ ਕਿ ਇਹਨਾਂ ਨੂੰ ਕੰਪਲਸਰੀ ਹੈ ਕਿ ਵੈਕਸੀਨੇਸ਼ਨ ਸਾਰੇ ਮੁਲਾਜ਼ਮਾਂ ਦੀ ਅਸੀਂ ਕਰਵਾਈ ਹੈਗੀ ਆ ਤੇ ਦੂਸਰੀ ਡੋਜ਼ ਵੀ ਤਕਰੀਬਨ ਸਾਰੇ ਮੁਲਾਜ਼ਮਾਂ ਨੂੰ ਲਗਾਈ ਜਾ ਚੁੱਕੀ ਹੈ। ਸਾਡੀ ਪੁਲਿਸ ਲਾਈਨ ਦੇ ਵਿੱਚ ਐਂਬੂਲੈਂਸ, ਵੈਲ ਇਕੁਇਪਡ ਐਂਬੂਲੈਂਸ ਤਿਆਰ ਰਹਿੰਦੀਆਂ ਨੇ, ਜਿੱਥੇ ਕਿਤੇ ਕਰਮਚਾਰੀ ਨੂੰ ਇਹੋ ਜਿਹੀ ਲੋੜ ਪੈਂਦੀ ਹੈ ਤੁਰੰਤ ਜਾ ਕੇ ਉਹਦਾ ਇਲਾਜ ਪ੍ਰੋਪਰ ਕੀਤਾ ਜਾਂਦਾ ਹੈ। ਤੇ ਜੇ ਕਿਸੇ ਪੇਸ਼ੈਂਟ ਨੂੰ, ਸਾਡੇ ਪੁਲਿਸ ਮੁਲਾਜ਼ਮ ਨੂੰ ਕੋਵਿਡ ਪੋਜ਼ਿਟਿਵ ਆ ਜਾਂਦਾ ਹੈ ਤਾਂ ਅਸੀਂ ਉਸ ਨੂੰ ਜੋ ਪੂਰੀਆਂ ਸਹੂਲਤਾਂ ਦੇ ਕੇ ਉਹਦੇ ਆਰਾਮ ਦੀ ਵਿਵਸਥਾ ਤੇ ਉਹਦੇ ਇਲਾਜ ਦੀ ਵਿਵਸਥਾ ਕਰਦੇ ਹਾਂ। ਜੀ, ਸੋ ਚਰਚਾ ਜਾਰੀ ਰੱਖਦੇ ਹਾਂ। ਇੱਕ ਦਰਸ਼ਕ ਸਾਡੇ ਨਾਲ ਫੋਨ ਦੇ ਉੱਤੇ ਜੁੜ ਚੁੱਕੇ ਇਹਨਾਂ ਦੀ ਗੱਲ ਸ਼ਾਮਿਲ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਗੁਰਤੇਜ ਸਿੰਘ ਬੋਲ ਰਿਹਾ ਨਾਥੇ ਵਾਲਾ ਪਿੰਡ, ਜ਼ਿਲ੍ਹਾ ਮੋਗਾ ਤੋਂ ਜੀ। ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ ਸੀ ਵੀ ਸਰਕਾਰ ਸਾਨੂੰ ਗਾਈਡਲਾਈਨਸ ਕਰਦੀ ਰਹਿੰਦੀ ਹੈ ਵੱਖ-ਵੱਖ ਟਾਈਮ ਤੇ, ਹੈ ਨਾ ਜੀ। ਅਸੀਂ ਮਤਲਬ ਕੋਸ਼ਿਸ਼ ਕਰਦੇ ਹਾਂ ਵੀ ਉਹਨਾਂ ਨੂੰ ਮਤਲਬ ਫਾਲੋ ਕਰੀਏ ਜੀ, ਪਰ ਕਈ ਜਗ੍ਹਾ ਤੇ ਉਹੀ ਸਰਕਾਰ ਦੇ ਜਿਹੜੇ ਕਾਨੂੰਨ ਨੇ ਬਣਾਏ ਹੋਏ ਉਹਦੀਆਂ ਧੱਜੀਆਂ ਉਡਾਈਆਂ ਜਾਂਦੀਆਂ। ਜਿਵੇਂ ਸਾਡੇ ਜਗ੍ਹਾ ਪੈਂਦੀ ਇੱਥੇ ਨੇੜੇ ਬਾਬੇ ਦੀ, ਜੀ, ਉੱਥੇ ਸਰ ਹਰ ਵੀਰਵਾਰ ਨੂੰ 1000 ਬੰਦਾ ਇਕੱਠਾ, ਘੱਟੋ-ਘੱਟ 1000 ਬੰਦਾ ਇਕੱਠਾ ਹੁੰਦਾ, ਕੋਲੇ ਪੁਲਿਸ ਵੀ ਖੜੀ ਹੁੰਦੀ ਹੈ ਜੀ। ਤੇ ਉੱਥੇ ਕੋਈ ਪੁੱਛਦਾ ਹੀ ਨਹੀਂ ਕਿ ਵੀ ਇੱਥੇ ਕੀ ਤੁਸੀਂ ਕਾਹਦੇ ਵਾਸਤੇ ਇੰਨੇ ਇਕੱਠੇ ਹੋਏ ਹੋ। ਕੋਈ ਉੱਥੇ ਕੋਈ ਕਿਸੇ ਵੀ ਨਿਯਮ ਦਾ ਪਾਲਣ ਨਹੀਂ ਹੁੰਦਾ, ਨਾ ਕਿਸੇ ਦੇ ਮਾਸਕ ਪਾਇਆ ਹੁੰਦਾ, ਨਾ ਕੋਈ ਦੂਰੀ ਹੁੰਦੀ ਇੱਕ ਦੂਜੇ ਤੋਂ। ਜੀ, ਸੋ ਬੜਾ ਅਹਿਮ ਮੁੱਦਾ ਜਿਹੜਾ ਹੈ ਸਾਡੇ ਦਰਸ਼ਕ ਜਿਹੜੇ, ਮੈਂ ਗੁਪਤਾ ਹੀ ਚਾਹੂੰਗਾ ਕਿ ਤੁਸੀਂ ਰਿਸਪੌਂਡ ਕਰੋ ਕਿ ਆਮ ਤੌਰ ਪ੍ਰਸ਼ਾਸਨ ਲਈ ਕਿੰਨਾ ਡਿਫਿਕਲਟ ਹੁੰਦਾ ਹੈ ਇਸ ਚੀਜ਼ ਨੂੰ ਡੀਲ ਕਰਨਾ ਕਿ ਕਿਤੇ ਕੋਈ ਧਾਰਮਿਕ ਫੰਕਸ਼ਨ ਚੱਲ ਰਿਹਾ, ਉੱਥੇ ਭੀੜ ਇਕੱਠੀ ਹੋ ਰਹੀ ਹੈ ਔਰ ਉੱਥੇ ਨਿਯਮਾਂ ਦੀ ਪਾਲਣਾ ਨਹੀਂ ਹੋ ਰਹੀ। ਸੋ ਪ੍ਰਸ਼ਾਸਨ ਇਸ ਕਿੱਦਾਂ ਡੀਲ ਕਰ ਸਕਦਾ ਤੁਸੀਂ ਇਸ ਚੀਜ਼ ਨੂੰ? ਇਹਦੇ ਵਿੱਚ ਜੀ ਅਸੀਂ ਜਿਹੜਾ ਆਮ ਤੌਰ 'ਤੇ ਇੱਕ ਪ੍ਰੋਟੋਕੋਲ ਉਲੀਕਿਆ ਕਿ ਜਿਹਦੇ ਵਿੱਚ ਜਿਹੜੇ ਕੋਈ ਅਜਿਹੇ ਧਾਰਮਿਕ ਫੰਕਸ਼ਨ ਹੁੰਦੇ ਨੇ ਜਿਹੜੇ ਕੋਈ ਜਿਵੇਂ ਅਸੀਂ ਦੇਖਦੇ ਹਾਂ ਕਿ ਕਿਸੇ ਨੇ ਕੋਈ ਜਗਰਾਤਾ ਕੀਤਾ ਜਾਂ ਕੋਈ ਨਗਰ ਕੀਰਤਨ ਕੱਢਣਾ ਚਾਹੁੰਦਾ, ਅਸੀਂ ਉਹਦੇ ਵਿੱਚ ਪਰਮਿਸ਼ਨਸ ਨਹੀਂ ਦੇ ਰਹੇ ਜੀ ਕੋਵਿਡ ਦੇ ਚੱਲਦਿਆਂ, ਤਾਂ ਜੋ ਕਿ ਲੋਕੀ ਇਕੱਤਰ ਨਾ ਹੋਣ ਜੀ। ਉਸ ਦੇ ਬਾਵਜੂਦ ਜਿਵੇਂ ਇਹ ਤੁਹਾਡੇ ਦਰਸ਼ਕਾਂ ਇਹਨਾਂ ਨੇ ਦੱਸਿਆ, ਇਹ ਚੀਜ਼ ਹੁੰਦੀ ਹੈ ਸਾਹਮਣੇ ਕਿ ਕਈ ਵਾਰੀ ਕਈ ਜਗ੍ਹਾ ਦੇ ਉੱਤੇ ਤੁਸੀਂ ਅਨਕੰਟਰੋਲਡ ਕਰਾਊਡ ਜਿਹੜਾ ਹੈਗਾ ਉਹ ਆਉਂਦਾ ਹੈਗਾ। ਫਿਰ ਅਸੀਂ ਪ੍ਰਬੰਧਕਾਂ ਦੇ ਨਾਲ ਜਨਰਲੀ ਗੱਲ ਕਰਕੇ ਪੁਲਿਸ ਦਾ ਸਹਿਯੋਗ ਲੈ ਕੇ ਅਸੀਂ ਉੱਥੇ ਬੈਰੀਕੇਡਿੰਗ ਵੀ ਕਰਾਉਂਦੇ ਹਾਂ, ਤਾਂ ਕਿ ਐਟ ਵਨ ਟਾਈਮ ਇੱਕ ਵਾਰੀ ਜਿਹੜੀ ਸੰਗਤ ਅੰਦਰ ਜਾ ਰਹੀ ਹੈ ਕਿਤੇ ਮੱਥਾ ਟੇਕਣ ਲਈ, ਤੇ ਉਹ ਗਿਣੀ ਹੋਈ ਮਿੱਥੀ ਜਨਤਾ ਹੀ ਇੱਕ ਸਮੇਂ ਅੰਦਰ ਜਾਵੇ ਜੀ। ਸੋ ਬਹੁਤ ਅਹਿਮ ਹੈ ਕਿ ਪ੍ਰਸ਼ਾਸਨ ਜਿਹੜਾ ਹੈ ਇਹਦੇ ਵਾਸਤੇ ਵਿਉਂਤਬੰਦੀ ਕਰਦਾ, ਲੇਕਿਨ ਕਿਤੇ ਨਾ ਕਿਤੇ ਅੱਜ ਵੀ ਮੈਂ ਸ਼ਰਮਾ ਜੀ ਤੁਹਾਨੂੰ ਵੀ ਚਾਹੂੰਗਾ ਕਿ ਇਹਦੇ 'ਤੇ ਥੋੜ੍ਹੀ ਰਿਸਪੌਂਡ ਕਰੋ ਕਿ ਇੱਦਾਂ ਦੇ ਜਿਸ ਤਰ੍ਹਾਂ ਸਾਡੇ ਦਰਸ਼ਕ ਨੇ ਗੱਲ ਕੀਤੀ ਕਿ ਬਹੁਤ ਵਾਰੀ ਇਹੋ ਜਿਹੇ ਧਾਰਮਿਕ ਜਿਹੜੇ ਰੈਗੂਲਰ ਹਫ਼ਤੇ ਵਾਰੀ ਕੋਈ ਵੀਰਵਾਰ ਮੱਥਾ ਟੇਕਣ ਜਾ ਰਹੇ ਆ ਲੋਕ ਔਰ ਉੱਥੇ ਇਕੱਠੇ ਹੁੰਦੇ ਔਰ ਸੋਸ਼ਲ ਡਿਸਟੈਂਸਿੰਗ ਨਹੀਂ ਹੁੰਦੇ। ਸੋ ਆਪਣੇ ਵੱਲੋਂ ਸੋ ਮੋਟੋ ਵੀ ਲੈ ਕੇ ਐਡਮਿਨਿਸਟ੍ਰੇਸ਼ਨ ਉੱਥੇ ਦੇਖਦਾ ਜਾਂ ਕਿ ਅਸੀਂ ਇਹਦੇ ਉੱਤੇ ਛੱਡਿਆ ਜਾਂਦਾ ਪ੍ਰਬੰਧਕਾਂ ਦੇ ਉੱਤੇ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਸਾਨੂੰ ਖੁਦ ਵੀ ਜਦੋਂ ਕੋਈ ਇਨਫੋਰਮੇਸ਼ਨ ਆਪਣੇ ਤੌਰ ਤੇ ਮਿਲਦੀ ਹੈ ਅਸੀਂ ਇਮੀਡੀਏਟਲੀ ਉਸ 'ਤੇ ਰਿਸਪੌਂਡ ਕਰਦੇ ਹਾਂ
ਤੇ ਉੱਥੇ ਜਾ ਕੇ ਅਸੀਂ ਇਹਨਾਂ ਨੂੰ ਗਾਈਡ ਵੀ ਕਰਦੇ ਹਾਂ ਤੇ ਗਾਹੇ ਵਗਾਹੇ ਜੋ ਸਰਕਾਰ ਦੀਆਂ ਹਦਾਇਤਾਂ ਆ ਰਹੀਆਂ ਨੇ ਇਹਦੇ ਸੰਬੰਧੀ ਉਹਨਾਂ ਨੂੰ ਪਾਲਣਾ ਕਰਨ ਲਈ ਕਿਹਾ ਜਾਂਦਾ ਹੈ ਤੇ ਲੋਕ ਸਹਿਯੋਗ ਵੀ ਕਰਦੇ ਹਨ ਜੀ। ਸੋ ਲੋਕਾਂ ਦਾ ਸਹਿਯੋਗ ਹੀ ਬਹੁਤ ਇੰਪੋਰਟੈਂਟ ਹੈ ਤਾਂ ਕਿ ਇਸ ਦੀ ਮਹਾਮਾਰੀ ਦੇ ਵਿੱਚੋਂ ਅਸੀਂ ਬਚ ਕੇ ਨਿਕਲ ਸਕਦੇ। ਸਰ ਮੈਂ ਤੁਹਾਡੇ ਕੋਲ ਜਾਣਨਾ ਚਾਹੂੰਗਾ ਕਿ ਇੱਕ ਚੀਜ਼ ਜਿਹੜੀ ਆਮ ਤੌਰ ਤੇ ਸਰਕਾਰ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੀ ਹੈ ਕਿ ਵੈਕਸੀਨੇਸ਼ਨ ਜਿਹੜੀ ਹੈ, ਲੇਕਿਨ ਅੱਜ ਵੀ ਅਸੀਂ ਅਗਰ ਗੱਲ ਕਰੀਏ ਡਾਟਾਸ ਦੇਖੀਏ ਤਾਂ ਵੈਕਸੀਨੇਸ਼ਨ ਦੇ ਵਿੱਚ ਲੋਕਾਂ 'ਚ ਇੰਨੀ ਮੋਟੀਵੇਸ਼ਨ ਨਹੀਂ ਹੈ ਜਿਸ ਲੈਵਲ ਤੇ ਹੋਣੀ ਚਾਹੀਦੀ ਹੈ। ਕਿੱਥੇ ਕਮੀ ਪੇਸ਼ੀ ਤੁਸੀਂ ਮਹਿਸੂਸ ਕਰਦੇ, ਕਿਉਂ ਲੋਕ ਬਹੁਤ ਜ਼ਿਆਦਾ ਤਾਦਾਦ 'ਚ ਜਾ ਕੇ ਵੈਕਸੀਨੇਸ਼ਨ ਨਹੀਂ ਕਰਵਾ ਰਹੇ? ਸੋ ਕਿਸ ਤਰੀਕੇ ਨਾਲ ਤੁਸੀਂ ਇਸ ਨੂੰ ਕੁਛ ਤਾਂ ਜੀ ਜਿਹੜਾ ਵੈਕਸੀਨੇਸ਼ਨ ਦੀ ਜਿਹੜੀ ਗਤੀ ਹੈ ਜਿਸ ਤਰੀਕੇ ਨਾਲ ਵਧਣੀ ਚਾਹੀਦੀ ਸੀ ਉਸ ਤਰੀਕੇ ਨਾਲ ਨਹੀਂ ਵਧੀ, ਲੇਕਿਨ ਫਿਰ ਵੀ ਜਿਹੜੀ ਸੁਖਦ ਗੱਲ ਹੈ ਜਿਹੜੇ ਪਿਛਲੇ 10-12 ਦਿਨਾਂ ਦੇ ਵਿੱਚ ਜਦੋਂ ਦੀ ਇਹ ਸੈਕਿੰਡ ਵੇਵ ਸਮਝੋ ਆਣੀ ਸ਼ੁਰੂ ਹੋਈ ਤਾਂ ਇਹਦੀ ਸਪੀਡ ਜਿਹੜੀ ਅੱਗੇ ਨਾਲੋਂ ਵਧੀ ਹੈ ਜੀ। ਭਰਮ ਨੇ ਕੁਛ ਲੋਕਾਂ ਦੇ ਵਿੱਚ ਕਿ ਵੀ ਕਈ ਲੋਕ ਕਹਿੰਦੇ ਨੇ ਕਿ ਵੈਕਸੀਨੇਸ਼ਨ ਜਿਹੜੀ ਹੈ ਇਹਦੇ ਕਈ ਸਾਈਡ ਇਫੈਕਟਸ ਨੇ, ਇਹਦੇ ਕਈ ਦੁਸ਼ਪ੍ਰਭਾਵ ਨੇ ਕਿਸੇ ਹੋਰ ਤਰੀਕੇ ਦੇ ਜਿਹੜੇ ਕਿ ਕਿਤੇ ਵੀ ਰਿਕਾਰਡਡ ਨਹੀਂ ਨੇ ਜੀ। ਉਹਦੇ ਵਿੱਚ ਕਈ ਸਾਡੇ ਲੋਕ ਨੇ ਜਿਹੜੇ ਉਹ ਅਫਵਾਹਾਂ ਜਿਵੇਂ ਚੀਜ਼ ਫੈਲਾਉਂਦੇ ਨੇ ਔਰ ਇਹਦੇ ਵਿੱਚ ਮੈਂ ਕਿਸੇ ਜਗ੍ਹਾ ਪੜ੍ਹ ਰਿਹਾ ਸੀ ਜਦੋਂ ਸਮਾਲ ਪੌਕਸ ਦੀ ਵੈਕਸੀਨ ਆਈ ਸੀਗੀ ਤਾਂ ਉਦੋਂ ਸ਼ੁਰੂ ਦੇ ਵਿੱਚ ਲੋਕਾਂ ਨੇ ਨਹੀਂ ਲਗਵਾਈ ਸੀ। ਉਹ ਇੱਕ ਲੋਕਾਂ ਦੇ ਵਿੱਚ ਜਿਹੜਾ ਡਰ ਜਿਹਾ ਪਿਆ ਹੁੰਦਾ ਕਿ ਪਤਾ ਨਹੀਂ ਇਹ ਸਾਡੇ ਸਰੀਰਕ ਸੰਰਚਨਾ ਨਾਲ ਕੀ ਗੜਬੜ ਕਰ ਦੇਗੀ। ਉਹਨੂੰ ਤੋੜਨਾ ਬਹੁਤ ਜ਼ਰੂਰੀ ਹੈ। ਉਹਨੂੰ ਤੋੜਨ ਲਈ ਅਸੀਂ IEC ਐਕਟੀਵਿਟੀਜ਼ ਕਰ ਰਹੇ ਹਾਂ, ਲਗਾਤਾਰ ਲੋਕਾਂ ਨਾਲ ਮਿਲ ਰਹੇ ਹਾਂ ਔਰ ਉਹਨੂੰ ਤੋੜਨ ਲਈ ਇਹ ਹੈ ਕਿ ਜਿਹੜੀ ਵੈਕਸੀਨੇਸ਼ਨ ਦੀ ਮੁਹਿੰਮ ਹੈ ਇਹ ਹਰ ਜ਼ਿਲ੍ਹੇ ਦੇ ਵਿੱਚ ਲਗਭਗ ਸਣੇ ਸਾਡੇ ਜ਼ਿਲ੍ਹੇ 'ਚ ਇਹ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬਾਨ ਉਹਨਾਂ ਨੇ ਅੱਗੇ ਵਧ ਕੇ ਆਪ ਪਹਿਲਾਂ ਵੈਕਸੀਨੇਸ਼ਨ ਕਰਾਈ। ਮੈਂ ਸਬ ਡਿਵੀਜ਼ਨ ਦੀ ਗੱਲ ਕਰਾਂ, ਮੇਰੇ ਖਿਆਲ ਨਾਲ ਮੇਰੀ ਸਬ ਡਿਵੀਜ਼ਨ 'ਚ ਮੈਂ ਪਹਿਲਾ ਸੀ ਜਿਹਨੇ ਜਾ ਕੇ ਵੈਕਸੀਨੇਸ਼ਨ ਕਰਾਈ। ਤਾਂ ਉਹ ਇੱਕ ਭਰਮ ਤੋੜਨ ਦੀ ਲੋੜ ਹੈ। ਉਹ ਸਾਡੇ ਪੁਲਿਸ ਆਫਿਸਰਸ ਆ ਉਹ ਅੱਗੇ ਵਧ ਕੇ ਸਾਡੇ ਜਿਵੇਂ ਸਾਡੇ ਜ਼ਿਲ੍ਹੇ 'ਚ ਤਰਨਤਾਰਨ 'ਚ DC ਸਾਹਿਬ ਉਹਨਾਂ ਨੇ ਪਹਿਲਾਂ ਸਭ ਤੋਂ ਐਡਮਿਨਿਸਟ੍ਰੇਸ਼ਨ ਕਿਤੇ ਨਾ ਕਿਤੇ ਆਪਣੇ ਆਪ ਨੂੰ ਰੋਲ ਮਾਡਲ ਦੇ ਤੌਰ ਤੇ ਪੇਸ਼ ਕਰ ਰਿਹਾ ਤਾਂ ਕਿ ਲੋਕੀ ਮੋਟੀਵੇਟ ਹੋ ਸਕਣ ਔਰ ਵੈਕਸੀਨੇਸ਼ਨ ਹੀ ਇੱਕ ਇਸ ਵੇਲੇ ਹੱਲ ਹੈ ਜਿਸ ਦੇ ਨਾਲ ਅਸੀਂ ਆਪਣੇ ਆਪ ਨੂੰ ਬਚਾ ਸਕਦੇ, ਆਪਣੇ ਪਰਿਵਾਰ ਨੂੰ ਬਚਾ ਸਕਦੇ। ਮੈਂ ਸਰ ਤੁਹਾਡੇ ਕੋਲੋਂ ਸ਼ਰਮਾ ਜੀ ਕਿ ਪੁਲਿਸ ਪ੍ਰਸ਼ਾਸਨ ਦੀ ਅਗਰ ਗੱਲ ਕਰੀਏ ਤਾਂ ਬਹੁਤ ਵਾਰੀ ਅਸੀਂ ਦੇਖਦੇ ਹਾਂ ਕਿ ਜਿਹੜੇ ਪੁਲਿਸ ਦੇ ਆਫੀਸ਼ੀਅਲਸ ਹੈਗੇ ਆ ਉਹ ਡਿਊਟੀ ਬੜੀ ਸਖਤ ਡਿਊਟੀਆਂ ਉਹਨਾਂ ਦੀਆਂ ਹੁੰਦੀਆਂ, ਚੌਂਕ ਦੇ ਵਿੱਚ ਡਿਊਟੀ ਹੈ, ਕਰਾਊਡਡ ਏਰੀਆ 'ਚ ਡਿਊਟੀ ਹੈ। ਉਹਨਾਂ ਦਾ ਮੋਰਲ ਬੂਸਟ ਰੱਖਣਾ, ਮੋਰਲ ਹਾਈ ਰੱਖਣਾ ਤਾਂ ਕਿ ਇਸ ਮਹਾਮਾਰੀ ਦੇ ਨਾਲ ਵੀ ਲੜਨਾ ਹੈ ਔਰ ਆਪਣੇ ਸਰੀਰ ਨੂੰ ਵੀ ਬਚਾਉਣਾ ਹੈ। ਕੀ ਪੁਲਿਸ ਵੱਲੋਂ ਖਾਸ ਤੁਸੀਂ ਉਪਰਾਲੇ ਸੋਚਦੇ ਹੋ ਤਾਂ ਕਿ ਮੋਰਲ ਜਿਹੜਾ ਪੁਲਿਸ ਦਾ ਉਹ ਕਿਸੇ ਹੱਦ ਤੱਕ ਡਗਮਗਾਏ ਨਾ, ਡੋਲੇ ਨਾ? ਦੇਖੋ ਜੀ, ਪੁਲਿਸ ਦੀ ਜਿਹੜੀ ਸਪਿਰਿਟਸ ਆ ਇਹ ਬਹੁਤ ਹਾਈ ਨੇ ਜੀ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਸੋਸ਼ਲ ਮੀਡੀਆ ਰਾਹੀਂ ਜਾਂ ਹੋਰ ਪੱਤਰਕਾਰ ਭਾਈਚਾਰੇ ਰਾਹੀਂ ਜਦੋਂ ਸਾਡੇ ਹਾਈ ਅਪਸ ਨੂੰ ਪਤਾ ਲੱਗਦਾ ਹੈ ਕਿ ਇਰਰਿਸਪੈਕਟਿਵ ਆਫ ਦਾ ਰੈਂਕ ਕੋਈ ਸਾਡਾ ਪੁਲਿਸ ਮੁਲਾਜ਼ਮ ਹੈ ਉਹ ਵਧੀਆ ਕੰਮ ਕਰਦਾ ਹੈ ਤਾਂ ਸਾਡੇ ਸਤਿਕਾਰਯੋਗ ਮਾਣਯੋਗ DGP ਸਾਹਿਬ ਖੁਦ ਉਸ ਨੂੰ ਸਨਮਾਨ ਪੱਤਰ ਜਾਂ ਉਸ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕਰਦੇ ਹਨ। ਤੇ ਜੇ ਬਾਈ ਚਾਂਸ ਜੇ ਕੋਈ ਸਾਡਾ ਕਰਮਚਾਰੀ ਕੋਵਿਡ ਪੋਜ਼ਿਟਿਵ ਆ ਜਾਂਦਾ ਹੈ ਤਾਂ ਹਾਈ ਅਪਸ ਖੁਦ ਫੋਨ ਤੇ ਉਸ ਨਾਲ ਗੱਲ ਕਰਦੇ ਹਨ, ਮੁਲਾਜ਼ਮਾਂ ਨਾਲ ਗੱਲ ਕਰਦੇ ਹਨ ਤੇ ਉਹਨਾਂ ਦਾ ਹਾਲ ਚਾਲ ਪੁੱਛਦੇ ਹਨ, ਜਿਸ ਦੇ ਨਾਲ ਕਿ ਉਹਨਾਂ ਦਾ ਮੋਰਲ ਹਾਈ ਹੁੰਦਾ ਹੈ ਤੇ ਜੇ ਕੋਈ ਉਹਨਾਂ ਨੂੰ ਜ਼ਰੂਰਤ ਹੈ ਉਹਦੀ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ ਤੇ ਜਿਸ ਦੇ ਨਾਲ ਕਿ ਉਹ ਠੀਕ ਹੋ ਕੇ ਦੁਬਾਰਾ ਤਨਦੇਹੀ ਦੇ ਨਾਲ ਕੋਵਿਡ ਦਾ ਜਿਹੜਾ ਜੋ ਅਸੀਂ ਲੜਾਈ ਲੜ ਰਹੇ ਹਾਂ, ਜੰਗ ਲੜ ਰਹੇ ਹਾਂ, ਉਹਦੇ ਵਿੱਚ ਦੁਬਾਰਾ ਉਤਰਦਾ ਹੈ ਜੀ। ਸੋ ਕਿਤੇ ਨਾ ਕਿਤੇ ਪੁਲਿਸ ਦਾ ਰੋਲ ਜਿਹੜਾ ਬਹੁਤ ਅਹਿਮ ਹੋ ਜਾਂਦਾ, ਐਡਮਿਨਿਸਟ੍ਰੇਸ਼ਨ ਦਾ ਰੋਲ ਬਹੁਤ ਅਹਿਮ ਹੋ ਜਾਂਦਾ। ਸੋ ਪ੍ਰਸ਼ਾਸਨ ਜਿਹੜਾ ਹੈ ਹਰ ਆਪਣੇ ਆਫੀਸ਼ੀਅਲਸ ਦੇ ਨਾਲ ਵੀ ਇਨ ਟੱਚ ਹੈ। ਸਰ ਚੂँਕਿ ਚਰਚਾ ਇਸ ਉੱਤੇ ਬਹੁਤ ਜ਼ਿਆਦਾ ਹੋ ਸਕਦੀ, ਸਮਾਂ ਬਹੁਤ ਤੇਜ਼ੀ ਦੇ ਨਾਲ ਬੀਤ ਰਿਹਾ, ਮੈਂ ਚਾਹੂੰਗਾ ਕੁਝ ਸੈਕਿੰਡਸ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਤੁਸੀਂ ਮੈਸੇਜ ਅਪੀਲ ਕਰਨਾ ਚਾਹੋਗੇ ਤਾਂ ਕਿ ਅਸੀਂ ਇਸ ਮਹਾਮਾਰੀ ਤੋਂ ਬਚ ਸਕੀਏ? ਮੈਂ ਸਾਰੇ ਦਰਸ਼ਕਾਂ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਅਸੀਂ ਪ੍ਰਸ਼ਾਸਨ ਦੇ ਤੌਰ ਤੇ ਚਾਹੇ ਉਹ ਸਾਡਾ ਮੈਡੀਕਲ ਵਿੰਗ ਹੈ, ਸਿਹਤ ਵਿੰਗ ਹੈ, ਚਾਹੇ ਉਹ ਸਾਡਾ ਪੁਲਿਸ ਵਿੰਗ ਹੈ, ਚਾਹੇ ਸਿਵਲ ਪ੍ਰਸ਼ਾਸਨ ਹੈ, ਜੇ ਕੋਈ ਤੁਹਾਨੂੰ ਗੱਲ ਦੇ ਵਿੱਚ ਦੁਵਿਧਾ ਹੈ ਸਾਡੇ ਨਾਲ ਆ ਕੇ ਕਲੀਅਰ ਕਰੋ, ਪਰ ਕਿਸੇ ਅਫਵਾਹ ਦੇ ਪਿੱਛੇ ਲੱਗ ਕੇ ਕੋਈ ਉਹ ਰਸਤਾ ਨਾ ਇਖਤਿਆਰ ਕਰੋ ਜਿਹੜਾ ਕਿ ਤੁਹਾਡੇ ਲਈ, ਸਾਡੇ ਸਾਰਿਆਂ ਲਈ ਉਹ ਗਲਤ ਹੈ। ਵੈਕਸੀਨੇਸ਼ਨ ਜਿਹੜੀ ਚੱਲ ਰਹੀ ਹੈ ਇਹ ਜ਼ਰੂਰ ਕਰਾਓ, ਇਹਤਿਆਤ ਵਰਤੋ। ਜੇ ਕੋਈ ਤੁਹਾਨੂੰ ਕਿਸੇ ਕਿਸਮ ਦੀ ਹਲਕੀ ਜੀ ਵੀ ਕੋਈ ਸਿਹਤ ਪੱਖੋਂ ਦਿੱਕਤ ਹੈ ਤਾਂ ਟੈਸਟਿੰਗ ਤੋਂ ਬਿਲਕੁਲ ਵੀ ਨਾ ਡਰੋ। ਔਰ ਇੱਕ ਜਿਹੜਾ ਚੀਜ਼ ਆਪਣੇ ਦਿਮਾਗ 'ਚੋਂ ਜ਼ਰੂਰ ਇੱਕ ਭਰਮ ਦੂਰ ਕਰੋ ਕਿ ਹੁਣ ਜੇ
ਤੁਸੀਂ ਪੋਜ਼ਿਟਿਵ ਪਾਏ ਵੀ ਜਾਂਦੇ ਹੋ ਔਰ ਤੁਹਾਡੇ ਵਿੱਚ ਕੋਈ ਖਾਸ ਚਿੰਨ੍ਹ ਨਹੀਂ ਹੈ, ਤੁਸੀਂ ਆਪਣੇ ਘਰ ਦੇ ਵਿੱਚ ਹੋਮ ਆਈਸੋਲੇਟ ਹੋ ਸਕਦੇ ਹੋ। ਜੀ ਸਰ, ਤੁਸੀਂ ਚੰਦ ਸੈਕਿੰਡ 'ਚ ਕੁਝ ਕੰਟਰੀਬਿਊਟ ਕਰਨਾ ਚਾਹ ਰਹੇ ਹੋ ਮੈਸੇਜ? ਸੰਜੀਵ ਜੀ, ਮੈਂ ਇਹੀ ਕਹਿਣਾ ਚਾਹੁੰਦਾ ਵੀ ਜੋ ਸਰਕਾਰ ਦੀਆਂ ਗਾਈਡਲਾਈਨਸ ਨੇ, ਜੇ ਅਸੀਂ ਉਹਨਾਂ ਦੀ ਪਾਲਣਾ ਕਰਾਂਗੇ, ਉਹ ਸਾਡੀ ਬਿਹਤਰੀ ਵਾਸਤੇ ਗਾਈਡਲਾਈਨਸ ਬਣੀਆਂ ਨੇ। ਜਿਸ ਤਰ੍ਹਾਂ ਮਾਸਕ ਪਹਿਨਣਾ, ਸੋਸ਼ਲ ਡਿਸਟੈਂਸਿੰਗ ਰੱਖਣਾ, ਵਿਆਹ ਸ਼ਾਦੀਆਂ ਤੇ ਜ਼ਿਆਦਾ ਇਕੱਠ ਨਾ ਕਰਨਾ, ਇਹ ਜਿਸ ਤਰ੍ਹਾਂ ਹੈ ਇੱਕ ਪ੍ਰੋਸੈਸ ਜਾਂ ਚੇਨ ਹੈ, ਇਸ ਚੇਨ ਨੂੰ ਤੋੜਨਾ ਬਹੁਤ ਜ਼ਰੂਰੀ ਹੈ। ਜੇ ਅਸੀਂ ਇਸ ਚੇਨ ਨੂੰ ਤੋੜ ਪਾਵਾਂਗੇ ਫਿਰ ਹੀ ਅਸੀਂ ਇਸ ਨਾਮੁਰਾਦ ਬਿਮਾਰੀ ਤੋਂ ਛੁਟਕਾਰਾ ਪਾ ਸਕਾਂਗੇ। ਸੋ ਬਹੁਤ ਅਹਿਮ ਹੈ ਕਿ ਚਰਚਾ ਜਿਹੜੀ ਹੈ ਇਸ ਰੋਚਕ ਦੌਰ ਦੇ ਉੱਤੇ ਕਿ ਸਾਨੂੰ ਬਚਣਾ ਕੀ ਹੈ, ਉਪਾਅ ਕੀ ਹਨ। ਸੋ ਇਹੀ ਉਪਾਅ ਹਨ ਕਿ ਅਸੀਂ ਸੋਸ਼ਲ ਡਿਸਟੈਂਸਿੰਗ ਰੱਖੀਏ ਔਰ ਆਪਣਾ ਬਚਾਅ ਰੱਖੀਏ। ਸੋ ਆਸ ਕਰਦੇ ਹਾਂ ਸਾਡੇ ਦਰਸ਼ਕ ਜਿਹੜੇ ਇਸ ਜਾਣਕਾਰੀ ਦਾ ਭਰਪੂਰ ਲਾਭ ਉਠਾਇਆ ਹੋਏਗਾ। ਸਾਡੇ ਨਾਲ ਗੱਲਬਾਤ ਕਰਨ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।